ਅੱਜ ਜਿਹੜੀ ਕਨਵੈਨਸ਼ਨ ਕੀਤੀ ਗਈ ਇੱਥੇ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਕਿ ਜਿਹੜੇ ਪੂਰੇ ਦੇਸ਼ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕਰਵਾਉਣ ਵਾਸਤੇ, ਕਾਨੂੰਨ ਬਣਾਉਣ ਵਾਸਤੇ ਦੋਨੇ ਫੋਰਮ 13 ਫਰਵਰੀ ਤੋਂ ਲੈ ਕੇ 2024 ਤੋਂ ਮੋਰਚੇ ਲੱਗੇ ਹੋਏ ਨੇ ਬਾਰਡਰਾਂ ਤੇ। ਪੂਰੇ ਦੇਸ਼ ਦੇ ਵਿੱਚ ਗੱਲ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ, ਜਿਵੇਂ ਡੱਲੇਵਾਲ ਸਾਹਿਬ 26 ਤਰੀਕ ਤੋਂ ਮਰ ਤੇ ਬੈਠੇ ਨੇ, ਜਿਹਦੇ 112 ਦਿਨ ਅੱਜ ਹੋ ਗਏ ਨੇ। ਉਹਦੇ ਸੰਬੰਧ ਦੇ ਵਿੱਚ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਇਹ ਕੁਝ ਪੰਜਾਬ ਦੇ ਕਿਸਾਨਾਂ ਦਾ ਇਸ਼ੂ ਹੈ ਜਾਂ ਨਾਲ ਲੱਗਦਾ ਹਰਿਆਣੇ ਦਾ। ਇਹਦੇ ਸੰਬੰਧ ਦੇ ਵਿੱਚ ਅਸੀਂ ਦੋਨੇ ਫੋਰਮਾਂ ਨੇ ਕੁਝ ਪ੍ਰੋਗਰਾਮ ਦਿੱਤੇ ਸੀ। ਉਹਦੇ ਤਹਿਤ 15 ਮਾਰਚ ਨੂੰ ਕਰਨਾਟਕਾ ਦੇ ਵਿੱਚ ਕਨਵੈਨਸ਼ਨ ਕਰਕੇ ਆਏ ਹਾਂ। ਉੱਥੋਂ ਦੇ ਕਿਸਾਨਾਂ ਨੇ ਸਾਰੀ ਸਥਿਤੀ ਕੀ ਹੈ, ਸਰਕਾਰਾਂ ਦਾ ਕੀ ਰੋਲ ਹੈ, ਖੁੱਲ੍ਹ ਕੇ ਚਰਚਾ ਕੀਤੀ ਹੈ। ਪੂਰੇ ਕਰਨਾਟਕਾ ਦੇ ਕਿਸਾਨ ਕਹਿੰਦੇ ਵੀ ਐਮਐਸਪੀ ਗਰੰਟੀ ਕਾਨੂੰਨ ਜ਼ਰੂਰੀ ਹੈ। ਕੱਲ੍ਹ ਜਾਣੇ 16 ਮਾਰਚ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਨਵੇਂ ਤਰੀਕੇ ਦੇ ਵਿੱਚ ਲੰਮਾ ਸਮਾਂ ਅਸੀਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਹਾਂ, ਪਰ ਅਸੀਂ ਪਹਿਲੀ ਵਾਰ ਵੇਖਿਆ ਕਿ ਨਾ ਉਹਨਾਂ ਨੇ ਕੋਈ ਡੀਸੀ ਦਫ਼ਤਰ, ਨਾ ਕੋਈ ਸਟੇਟ ਲੈਵਲ ਦਾ ਦਫ਼ਤਰ, ਉਹਨਾਂ ਨੇ ਉਹ ਨਿਸ਼ਾਨਾ ਚੁਣਿਆ ਗਿਆ ਖੇਤਾਂ ਦੇ ਵਿੱਚ ਕਨਵੈਨਸ਼ਨ ਕਰਵਾਈ ਗਈ, ਜਿੱਥੇ ਜ਼ਰੂਰੀ ਹੈ ਵੱਡੇ ਪੱਧਰ ਤੇ ਤਾਮਿਲਨਾਡੂ ਦੀਆਂ ਔਰਤਾਂ ਨੂੰ ਲਿਆਂਦਾ ਗਿਆ ਉਹਦੇ ਵਿੱਚ, ਤੇ ਨਿੱਘੇ ਬੱਚਿਆਂ ਤੋਂ ਪ੍ਰੋਗਰਾਮ ਕਰਵਾਇਆ ਗਿਆ। ਤਾਂ ਉਹਨਾਂ ਨੇ ਜੋੜਿਆ ਗਿਆ ਕਿ ਐਮਐਸਪੀ ਗਰੰਟੀ ਕਾਨੂੰਨ ਨਾ ਦੇ ਕੇ ਤਾਂ ਜਿਹੜੀ ਸਾਡੀ ਮੰਗਾਂ ਨੇ, ਖਾਸ ਕਰਕੇ ਉਹਨਾਂ ਨੇ ਉੱਥੇ ਮੰਗ ਹਟਾਈ ਜਿਹੜੀ ਸਾਡੀ 12 ਮੰਗਾਂ ਦੇ ਵਿੱਚ ਆ, ਦਾਲ ਮਸਾਲਾ ਤੇ ਬੋਰਡ ਬਣਾਉਣ ਵਾਲੀ ਗੱਲ। ਤਾਂ ਉਹ ਸਾਰੇ ਕਿਸਾਨ ਲੈ ਕੇ ਆਏ, ਜਿਹੜੇ ਚਾਹ ਦੀ ਖੇਤੀ ਕਰਦੇ ਆ ਕਿਸਾਨ ਉਹ ਵੀ ਆਏ, ਦਾਲ ਮਸਾਲਿਆਂ ਵਾਲੇ ਕਿਸਾਨ ਵੀ ਆਏ। ਤਾਂ ਦੂਜਾ ਜਿਹੜਾ ਉਹਨਾਂ ਨੇ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਆਪਣਾ ਨਾਰੀਅਲ ਇੱਥੇ ਹੈ, ਉਹ ਕਿਸਾਨ ਵੱਡੇ ਪੱਧਰ ਤੇ ਆਏ, ਜਿਹੜਾ 300 ਦਾ ਇੱਕ ਪੀਸ ਹੈ, 300 ਗ੍ਰਾਮ ਦਾ, ਤਾਂ ਉਹਨਾਂ ਤੋਂ 12 ਰੁਪਏ ਖਰੀਦਿਆ ਜਾ ਰਿਹਾ। ਜਾਣੇ ਉਹ ਕਿਸਾਨ ਵੀ ਕਹਿੰਦੇ ਵੀ ਐਮਐਸਪੀ ਗਰੰਟੀ ਕਾਨੂੰਨ ਹੋਣਾ ਚਾਹੀਦਾ। ਤਾਂ ਵੱਡੇ ਪੱਧਰ ਤੇ ਜਿਹੜਾ ਅਸੀਂ ਕੱਲ ਕਰਨਾਟਕਾ ਦੇ ਵਿੱਚ ਕੀਤਾ, ਅੱਜ ਕਨਵੈਨਸ਼ਨ ਜਿਹੜੀ ਚੰਡੀਗੜ੍ਹ ਦੇ ਵਿੱਚ ਕੀਤੀ, ਤੇ 21 ਤਰੀਕ ਨੂੰ ਰਾਜਸਥਾਨ ਦੇ ਵਿੱਚ ਗੰਗਾਨਗਰ ਦੇ ਵਿੱਚ ਕਨਵੈਨਸ਼ਨ ਕਰਾ ਰਹੇ ਹਾਂ, ਤੇ 22 ਤਰੀਕ ਨੂੰ ਹਰਿਆਣੇ ਦੇ ਵਿੱਚ ਫਤਿਆਬਾਦ ਉੱਥੇ ਵੀ ਕਨਵੈਨਸ਼ਨ ਕਰਾ ਰਹੇ ਹਾਂ ਕਿ ਐਮਐਸਪੀ ਗਰੰਟੀ ਕਾਨੂੰਨ ਪੂਰੇ ਦੇਸ਼ ਨੂੰ ਕਿਉਂ ਲੋੜ ਹੈ, ਕਿਉਂ ਹੁਣ ਤੱਕ ਸਰਕਾਰ ਨੇ ਵਪਾਰੀਆਂ ਤੋਂ ਲੁੱਟ ਕਰਵਾਈ ਕਿਸਾਨਾਂ ਦੀ। ਉਹ ਸਾਰੇ ਇਸ਼ੂਆਂ ਤੇ ਜਿਹੜੀ 19 ਮਾਰਚ ਨੂੰ ਸਰਕਾਰ ਨਾਲ ਮੀਟਿੰਗ ਹੋਣੀ ਹੈ, ਇਹ ਸਾਰੇ ਇਸ਼ੂ, ਸਾਰੀਆਂ ਸਟੇਟਾਂ ਦੇ ਇਸ਼ੂ ਉਹ ਮੀਟਿੰਗ ਦੇ ਵਿੱਚ ਖੁੱਲ੍ਹ ਕੇ ਰੱਖੇ ਜਾਣਗੇ। ਅਗਲੀ ਗੱਲ ਜਿਹੜੀ ਮੈਂ ਬੇਨਤੀ ਕਰਦਾ ਭੰਦੇਰ ਸਿੰਘ। ਸਾਥੀਓ, ਇਸ ਤੋਂ ਬਿਨਾਂ ਅੱਗੇ ਦੋਹਾਂ ਮੋਰਚਿਆਂ ਵੱਲੋਂ ਪ੍ਰੋਗਰਾਮ ਦਿੱਤੇ ਗਏ ਆ, ਉਹ ਸਾਰੇ ਵਿਸਤਾਰ ਸਹਿਤ ਸਰਵਨ ਸਿੰਘ ਜੀ ਭੰਦੇਰ ਤੁਹਾਡੇ ਨਾਲ ਸਾਂਝੇ ਕਰਨਗੇ। ਹਾਂਜੀ, ਅੱਜ ਦੋਵਾਂ ਫੋਰਮਾਂ ਵੱਲੋਂ एमएसपी लीगल गारंटी कानून पे आज दोनों फोरमों की ओर से एमएसपी लीगल गारंटी कानून के ऊपर बुद्धिजीवियों को न्योता दिया गया था, जिसमें से प्रोफेसर विनोद कुमार जी, वरिंदर लाडरा जी और पुष्पिंदर चौधरी जी यहाँ पहुंचे थे। और जो उन्होंने आज चर्चा की हमारे साथ, तो हमारी बातों को जितने भी बुद्धिजीवी आए थे उन्होंने मोहर लगाई है कि एमएसपी लीगल गारंटी कानून हर हाल में बनना चाहिए। ये देश की कह लीजिए, जिस तरह से हम ये कहते हैं, भारत सरकार कहती है कि भारत को बचाने के लिए देश की सरहदें सुरक्षित होनी चाहिए। अगर भारतवर्ष को बचाना है तो यहाँ फूड सिक्योरिटी की भी सुरक्षा होनी चाहिए। तो वो एमएसपी लीगल गारंटी कानून बनाने के बगैर संभव नहीं हो सकती। जो कार्यक्रम दोनों फोरमों ने तय किए आने वाले समय में, एक तो मैं ध्यान दूंगा, भारत सरकार से हमने मीटिंग में भी अनुरोध किया था कि जो बॉर्डर बंद हैं, वो बॉर्डर बंद होने के साथ पंजाब अथवा हरियाणा, उत्तर भारत के ट्रांसपोर्टर हों, उत्तर भारत के जितने भी हमारे व्यापारी हों, स्थानीय लोग हों, उनको बहुत मुश्किल आ रही है। वो रास्ता खुलना चाहिए।
और अब हमने सोचा, क्योंकि पंजाब सरकार ये बोल रही है कि हम लोग पंजाब के किसानों के साथ हैं, देश के किसान के साथ हैं, तो हमने मीटिंग में अनुरोध किया था, मंत्री जो हमारे पंजाब के थे, भी माननीय मुख्यमंत्री से हमारी मीटिंग करवाओ। और हमने कुछ मुद्दे थे उसमें यही थे कि एक तो जो स्थानीय लोग हैं, जो लोकल रोड्स है खनौरी और शंभू के ऊपर, अन्य बॉर्डरों पर हुआ, वहां रोड बहुत टूट गई है, इसको बनाना चाहिए पंजाब सरकार को। उधर हरियाणा सरकार भी बनाए, अगर ये रास्ते नहीं खुलेंगे तो जो लोकल रास्ते उसको बनाना चाहिए, वहां 2-2 फुट के गड्ढे पड़ गए हैं। इसलिए हमने आज ये निर्णय लिया है कि 21 मार्च को हम जो भी 4 एमएलए से हमारे पास है, एक तो घिनौर के एमएलए हैं गुरलाल सिंह जी, उधर खनौरी के जो पंजाब के एमएलए हैं, हरियाणा के दोनों साइड में जो एमएलए हैं, उनको मिला जाएगा और ज्ञापन दिया जाएगा। अगर एमएलए साहबान ज्ञापन लेके हमारी मुश्किल का हल वहां कर देते हैं तो कोई बात नहीं, अगर हमारी बात सुनी नहीं जाती तो फिर हम लोग धरना उनके घर के सामने देंगे और स्थानीय लोगों को भी न्योता देंगे, वो हमारे साथ आए, ये मसले का हल किया जा सके। इसी के साथ साथ पहले से अनाउंस हुआ कार्यक्रम हमारा 23 मार्च को शहीद आजम भगत सिंह राजगुरु सुखदेव जी का, जो हमारे राष्ट्रीय शहीद हैं, जिन्होंने देश की आजादी में बड़ा योगदान दिया, 23 मार्च को बॉर्डरों के ऊपर बड़ा इकट्ठ। हम तो कहते हैं अगर आप चाहते हैं मसले का हल हो तो लाखों की तादाद में, खास करके जो युवा हैं, चाहे पंजाब के हो, हरियाणा के हो, राजस्थान के हो, उत्तर भारत के कोई भी सूबे जो नजदीक लगते हो, वो वहां अधिक से अधिक पहुंचे और जो बड़ा हमारा कार्यक्रम हो सके। इसी के साथ साथ जो दोनों फोरमों ने निर्णय लिया है कि 30 मार्च को आने वाले में जो नया कार्यक्रम है, 30 मार्च को, जैसे हम लोग पंजाबी में बोलते हैं, हमारी नस्लों और फसलों की लड़ाई है। क्योंकि जो हमारे आने वाली नस्लें हैं, अगर हम जिस तरह की पॉलिसियां केंद्र सरकार, मोदी सरकार लेकर आ रही है, अगर उनके खिलाफ हमारा आंदोलन ना खड़ा हुआ, इन पॉलिसियों को वापस ना किया गया, तो हमारे नस्लों को तबाह कर देगा। तो हम लोग फसलों की लड़ाई तो लड़ ही रहे भी, एमएसपी लीगल गारंटी कानून बनना चाहिए, और इसका प्रभाव अगर खेती सेक्टर उजड़ गया तो हमारी आने वाले नस्लों पर पड़ेगा। इसलिए दोनों फोरमों ने निर्णय लिया है कि 8वीं क्लास से लेकर 12वीं क्लास तक एक हमारा न्योता है, मीडिया को कहेंगे घर घर जाए, कि वो अधिक से अधिक 30 मार्च को बॉर्डरों पर पहुंचे। और जितने भी यूनिवर्सिटीज के विद्यार्थी है, खास करके हमने टीन एज के यंगस्टर है, जो भी वो हमारी आने वाला भविष्य है देश का, हम उनको भी मुखातिब होना चाहते हैं कि ये आंदोलन सबके लिए किस तरह से जरूरी है और उनकी भागीदारी, जो युवा की भागीदारी है देश के हमारे, वो कितनी अनिवार्य है। युवाओं के बगैर ये आंदोलन को जीता नहीं जा सकता। तो 30 मार्च का जो दिन होगा वो इसलिए एक दिन हम लोग करेंगे, 8वीं से लेकर 12वीं तक के टोटल विद्यार्थी और यूनिवर्सिटी के जितने भी विद्यार्थी हैं वो बॉर्डरों पर आए, सभी बॉर्डरों पर हम लोग कार्यक्रम करेंगे। ये आज आगे की बातें मेरे और साथी बता लेंगे, तो मैंने इतना ही कहना था। बहुत बहुत धन्यवाद। हमारे वरिष्ठ साथियों ने जैसा आपको बताया कि आज एमएसपी गारंटी कानून के मुद्दे पे कृषि विशेषज्ञों के साथ एसकेएम नॉन पॉलिटिकल और केएमएम के वरिष्ठ साथियों की बैठक हुई, कन्वेंशन हुआ, और सभी कृषि विशेषज्ञों ने, अर्थशास्त्रियों ने किसानों की उस बात पे मोहर लगाने का कार्य किया जो किसान लंबे समय से कह रहे हैं कि एमएसपी गारंटी कानून बनाया जाना चाहिए और देश के सभी वर्गों को एमएसपी गारंटी कानून से फायदा होगा। और उन्होंने ये भी कहा कि आज सरकार को मजबूत पॉलिटिकल विल पावर दिखाने की जरूरत है। जो सरकारें ये कोई सरकारी अर्थशास्त्री दुष्प्रचार करते हैं कि भाई आर्थिक संकट आ जाएगा, तो कृषि विशेषज्ञों ने किसानों की इस बात पे भी मोहर लगाई कि अगर सरकार मजबूत पॉलिटिकल विल पावर दिखाए तो कोई आर्थिक संकट किसी तरीके का नहीं आएगा और एमएसपी गारंटी कानून बनाना बिल्कुल संभव है पूरे देश के किसानों के लिए। साथियों, एक बात हम और कहना चाह रहे हैं, अभी पिछले कुछ दिनों से मीडिया के अंदर कुछ चर्चाएं चल रही हैं और चर्चाएं ये चल रही हैं कि अमेरिका के राष्ट्रपति द्वारा भारत की सरकार पे बार बार दबाव बनाया जा रहा है कि भाई जो आप इंपोर्ट ड्यूटी लगाते हैं
वो खासकर आप एग्रीकल्चर प्रोड्यूस से इंपोर्ट ड्यूटी आप खत्म करें और अमेरिकन एग्रीकल्चर प्रोड्यूस को भारत का मार्केट दें। साथियों, एक बात हम आज स्पष्ट तौर पे ये कहना चाह रहे हैं कि 1998 में श्रीलंका के साथ पहला फ्री ट्रेड एग्रीमेंट भारत ने साइन किया था और उसके बाद से लगातार 13-14 फ्री ट्रेड एग्रीमेंट साइन हुए और जो फिर उनका विश्लेषण आया, उनका एनालिसिस आया, वो ये आया कि उन सभी फ्री ट्रेड एग्रीमेंट्स की वजह से भारत के किसानों को नुकसान हुआ है। श्रीलंका के साथ फ्री ट्रेड एग्रीमेंट हुआ, दक्षिण भारत के जो हमारे किसान जो मिर्च मसाले की खेती करते थे उनको बहुत ज्यादा नुकसान हुआ, नारियल के किसानों को बहुत ज्यादा नुकसान हुआ। इसीलिए यह बात बिल्कुल स्पष्ट हो चुकी है, यह बात बिल्कुल साबित हो चुकी है कि फ्री ट्रेड एग्रीमेंट से भारत के किसानों को नुकसान हुआ है। अमेरिका जैसे जो पश्चिमी मुल्क हैं, इसके अलावा इंग्लैंड है, फ्रांस है, जर्मनी है, चीन है, जापान है, दक्षिण कोरिया है, वहां की सरकारें एग्रीकल्चर प्रोड्यूस को एक्सपोर्ट करने के लिए वहां के किसानों को भारी भरकम सब्सिडी देती हैं ताकि कम से कम मूल्य में माल का प्रोडक्शन हो जाए, एग्रीकल्चर प्रोड्यूस का प्रोडक्शन हो जाए और फिर उसको वो एक्सपोर्ट कर सके। तो पश्चिमी देश अपने एग्रीकल्चर प्रोड्यूस सस्ते रेट में हमारे यहां पे डंप ना कर पाए, इसलिए इंपोर्ट ड्यूटी लगाई जाती है। लेकिन अब अमेरिका के राष्ट्रपति, अमेरिका की नई सरकार भारत की सरकार पे दबाव डाल रही है कि आप ये इंपोर्ट ड्यूटी खत्म कीजिए। अगर भारत सरकार इस तरीके का गलत कदम उठाती है तो वो एक तरीके से भारत के किसानों का गला घोटने के बराबर होगा। ऐसी परिस्थिति में भारत के जो खासकर जो मक्का के किसान हैं, जो सोयाबीन के किसान हैं, जो दूध के किसान हैं, जो पोल्ट्री के किसान हैं, वो पूरे तरीके से बिल्कुल खत्म हो जाएंगे। इसलिए हम संयुक्त किसान मोर्चा, गैर राजनीतिक और किसान मजदूर मोर्चा की तरफ से यह स्पष्ट करना चाहते हैं कि भारत सरकार को अमेरिका के दबाव में ऐसा कोई भी कदम नहीं उठाना चाहिए और अमेरिका के एग्रीकल्चर प्रोड्यूस पे कोई भी इंपोर्ट ड्यूटी कम नहीं करनी चाहिए। हम तो कहेंगे कि इंपोर्ट ड्यूटी और ज्यादा बढ़ाई जानी चाहिए। अभी जो लेटेस्ट रिपोर्ट आई है, अमेरिका में एक किसान को एक साल में वहां की सरकार 78 लाख रुपए की सब्सिडी देती है सस्ता एग्रीकल्चर प्रोड्यूस करने के नाम पे। तो भारत का किसान जिसको कोई सब्सिडी नहीं मिलती, भारत का किसान जिसका प्रोड्यूसर सपोर्ट एस्टीमेट दुनिया में सबसे ज्यादा नेगेटिव मिलता है, वहां का किसान अमेरिका और अन्य पश्चिमी देशों के उस एग्रीकल्चर प्रोड्यूस के साथ कंपीट नहीं कर पाएगा जहां पे इतनी भारी भरकम सब्सिडी वहां की सरकारों द्वारा वहां के किसानों को दी जाती है। इसीलिए एसकेएम नॉन पॉलिटिकल और केएमएम बिल्कुल क्लियर कर दें कि अगर इस तरीके का आत्मघाती कदम भारत सरकार द्वारा अगर उठाया जाएगा तो वो किसानों का गला घोटने के बराबर होगा और दोनों फोरम डट के उस चीज का बिल्कुल विरोध करेंगे जिस तरीके से एक साल से भी अधिक समय से हमारा आंदोलन चल रहा है। मैं निवेदन करूंगा आगे अमरजीत सिंह मोदी जी वो अपनी बात रखें। तकरीबन हमारे लीडरशिप ने जो आने वाले प्रोग्राम और जो कन्वेंशन रखी और जो आज की हमारे यहाँ पर कन्वेंशन थी, जो हमारे बुद्धिजीवी थे उनके साथ हमने जो चर्चा की, किस तरीके से सरकार हमारे खिलाफ नीतियां लेकर आ रही है और कैसे हमने इनके खिलाफ लड़ना है, कैसे लामबंद लोगों को करना है और अपनी आवाज को घर घर तक पहुंचाना है, वो प्रोग्राम आज यहाँ पर सुनिश्चित किए गए हैं, बातचीत की गई है। और आने वाले समय में 23 तारीख को भी ऐसे ही हमने बड़े इकट्ठ बॉर्डरों के ऊपर करने हैं और जो एमएलए को ज्ञापन देने हैं वो देकर अपने जो लोकल मसले हैं उनको हल कराने के लिए किसान मजदूर मोर्चा और एसकेएम नॉन पॉलिटिकल पूरी जिम्मेदारी के साथ काम करेगा। और 30 तारीख को सभी युवाओं को, पढ़े लिखे शिक्षित नौजवान बच्चों को, उनको आंदोलन में लेकर आने का काम करेगा और उनको आगे इस बात का प्रचार करें ताकि जो लड़ाई सिर्फ किसान और एक सरकार के बीच की बनाकर रखी है, ये सब लोगों की लड़ाई है। इसलिए हमने अपने इस प्रोग्राम को घर घर तक पहुंचाने के लिए नौजवानों के माध्यम से, अपने विद्यार्थियों के माध्यम से, यूनिवर्सिटियों के लीडरशिप और वहां के विद्यार्थियों के माध्यम से अपने इस आंदोलन को मजबूत करेंगे और सरकार के ऊपर दबाव बनाएंगे। जो ये नीतियां सरकार लेकर आ रही है वो अकेले किसान के खिलाफ नहीं है, वो पूरे देश के खिलाफ होंगी, पूरे देश की अर्थव्यवस्था को उन्होंने खराब करना है। इसलिए हम पूरी आवाम को अपील करते हैं इस आंदोलन का साथ दें। ये आंदोलन अकेले किसान का नहीं है, ये पूरी 150 करोड़ की आबादी का आंदोलन है जिसे एसकेएम नॉन पॉलिटिकल और किसान मजदूर मोर्चा पूरी मजबूती के साथ लड़ रहा है।
और अपने इस आंदोलन को सुनिश्चित करने के लिए जैसे भी प्रोग्राम होंगे हमारे सभी पदाधिकारी सभी जथेबंदियां इसे पूर्ण तौर पर आगे लेकर जाएंगे और अपने आंदोलन को मजबूत करेंगे। हरदो झंडे जी। ਪੱਤਰਕਾਰ ਦੋਸਤੋ, ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਆਉਣ ਦਾ ਬਜਟ ਪੇਸ਼ ਕੀਤਾ ਜਾਣਾ ਵਾ, ਸਾਡੀ ਦੋਨਾਂ ਫੋਰਮਾਂ ਦੀ ਮੰਗ ਆ ਕਿ ਜੋ ਸਾਡੀਆਂ ਮੰਗਾਂ ਪੰਜਾਬ ਸਰਕਾਰ ਨਾਲ ਪੈਂਡਿੰਗ ਪਈਆਂ ਹੋਈਆਂ ਨੇ ਉਹ ਸਾਰੀਆਂ ਮੰਗਾਂ ਤੇ ਜਿਹੜਾ ਵਾ ਇਸ ਬਜਟ ਜਿਹੜੀ ਅਲਾਟਮੈਂਟ ਜਿਹੜੀ ਆ ਕਿਸਾਨਾਂ ਵਾਸਤੇ ਕੀਤੀ ਜਾਵੇ। ਔਰ ਜਿਹੜੀ ਬੜੇ ਚਿਰ ਤੋਂ ਲੜਕਦੀ ਆ ਰਹੀ ਮੰਗ ਆ ਪੰਜਾਬ ਦੀ ਖੇਤੀ ਨੀਤੀ, ਉਹਦੇ ਉੱਪਰ ਜਿਹੜਾ ਜਲਦੀ ਕੰਮ ਕਰੇ, ਨਵੀਂ ਖੇਤੀ ਨੀਤੀ ਬਣਾਈ ਜਾਵੇ। ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਰਨਾਟਕਾ ਦੌਰੇ ਤੇ ਗਏ ਸੀ, ਜਿਹੜੇ ਸ਼ਾਂਤਾ ਕੁਮਾਰ ਜੀ ਜੋ 14 ਫਰਵਰੀ ਨੂੰ ਐਕਸੀਡੈਂਟ ਨਾਲ ਜਿਹੜਾ ਕਾਫੀ ਸੀਰੀਅਸ ਹੋ ਗਏ ਸੀਗੇ, ਕੱਲ੍ਹ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀਗਾ ਕਿ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ MSP ਜਿਹੜੀ ਆ ਉਹਨਾਂ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ ਆ। ਸੋ ਉਹਨਾਂ ਨੂੰ ਸੰਦੇਸ਼ ਆਇਆ ਸੀਗਾ ਮੇਰੀ ਜ਼ਿੰਦਗੀ ਦੀ ਪਰਵਾਹ ਨਾ ਕਰੋ, ਦੇਸ਼ ਦੇ ਕਿਸਾਨਾਂ ਦੀ MSP ਲੜਾਈ ਜਿਹੜੀ ਲੜਦੇ ਰਹੋ। ਔਰ ਜਿਹੜੇ ਸਾਡੇ ਸੀਨੀਅਰ ਨੇਤਾ ਬਲਦੇਵ ਸਿੰਘ ਸਿਰਸਾ ਉਹ ਵੀ ਮੋਰਚੇ ਹਾਰਟ ਅਟੈਕ ਨਾਲ ਜਿਹੜਾ ਵਾ ਬਿਮਾਰ ਹੋ ਗਏ ਸੀਗੇ, ਉਹਨਾਂ ਵੱਲੋਂ ਵੀ ਬਾਰ-ਬਾਰ ਸੰਦੇਸ਼ ਇਹੀ ਆਉਂਦਾ ਕਿ ਲੜਾਈ ਨੂੰ ਜਾਰੀ ਰੱਖਿਆ ਜਾਏ, MSP ਗਰੰਟੀ ਕਾਨੂੰਨ ਬਣਾਉਣ ਤੱਕ ਜਿਹੜੀ ਆ ਲੜਾਈ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ। ਹਾਂਜੀ, ਲੌਂਗੋਵਾਲ ਸਾਹਿਬ ਕਰਨਗੇ। ਜਿੱਥੇ ਅੱਜ ਆਪਾਂ MSP ਖਰੀਦ ਦੀ ਗਰੰਟੀ ਦੇ ਕਾਨੂੰਨ ਤੇ ਵਿਸ਼ੇਸ਼ ਮੀਟਿੰਗ ਕਰਕੇ ਸਾਰੀ ਗੱਲ ਦੀ ਜਿਹੜੀ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਜਿਹੜੇ ਦੋ ਮੋਰਚਿਆਂ ਵੱਲੋਂ ਅਗਲੇ ਪ੍ਰੋਗਰਾਮ ਉਹਨਾਂ ਨੂੰ ਅਨਾਉਂਸ ਕੀਤਾ ਹੈਗਾ। ਇਹ ਜਿਹੜੇ ਕੇਂਦਰ ਨਾਲ ਸੰਬੰਧਿਤ ਮੁੱਦੇ ਤੇ ਜ਼ਿਆਦਾ ਉਹਨਾਂ ਤੇ ਚਰਚਾ ਹੋਈ ਹੈ। ਮੈਂ ਗੱਲ ਪੰਜਾਬ ਸਰਕਾਰ ਨਾਲ ਜੁੜੀ ਕਰਨੀ ਚਾਹੁੰਦਾ। ਕਿਸਾਨ ਮਜ਼ਦੂਰ ਮੋਰਚਾ SKM ਨਾਨ ਪੋਲੀਟੀਕਲ ਦੇ ਵੱਲੋਂ ਪੰਜਾਬ ਸਰਕਾਰ ਦੀ ਸਭ ਤੋਂ ਪਹਿਲਾਂ ਤਾਂ ਕਰਦੇ ਸ਼ਬਦਾਂ 'ਚ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਬਿਨਾਂ ਉਹਨਾਂ ਨੂੰ ਪੈਸੇ ਦਿੱਤੇ ਸੜਕਾਂ ਦੇ ਨਾਂ ਤੇ ਪਾਈਪਲਾਈਨਾਂ ਦੇ ਨਾਂ ਤੇ ਅਗਵਾਈ ਕੀਤੀਆਂ ਜਾ ਰਹੀਆਂ ਨੇ, ਕਿਸਾਨਾਂ ਤੇ ਜ਼ੁਲਮ ਢਾਇਆ ਜਾ ਰਿਹਾ, ਉਹਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਜਾਂਦੀਆਂ ਨੇ। ਅਸੀਂ ਦੋਨੇ ਮੋਰਚਿਆਂ ਦੇ ਵੱਲੋਂ ਇਸ ਧੱਕੇਸ਼ਾਹੀ ਪੰਜਾਬ ਸਰਕਾਰ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ। ਉਹਨਾਂ ਕਿਸਾਨਾਂ ਨੂੰ ਸਹਿਮਤ ਕਰਕੇ ਉਹਨਾਂ ਦੇ ਜਿਹੜੇ ਉਜਾੜੇ ਗਏ ਫਸਲ ਦੇ ਉਜਾੜੇ ਨੇ, ਨੁਕਸਾਨ ਕੀਤੇ ਗਏ ਨੇ, ਉਹਨਾਂ ਦੀ ਪੰਜਾਬ ਸਰਕਾਰ ਭਰਪਾਈ ਕਰੇ ਤੇ ਨਾਲ ਉਹਨਾਂ ਨੂੰ ਸਹਿਮਤ ਕਰਕੇ ਹੀ ਉਹਨਾਂ ਦੀਆਂ ਜ਼ਮੀਨਾਂ ਵਿੱਚ ਦੀ ਚਾਹੇ ਪਾਈਪਲਾਈਨ ਦਾ ਮਸਲਾ ਹੈ ਚਾਹੇ ਸੜਕਾਂ ਦਾ ਮਸਲਾ ਹੈ ਇਹ ਕੱਢੀਆਂ ਜਾਣ। ਅਗਲੀ ਗੱਲ, ਪੰਜਾਬ ਦਾ ਜਿਹੜਾ ਬਜਟ ਸੈਸ਼ਨ ਆ ਰਿਹਾ ਉਹ ਬਜਟ ਸੈਸ਼ਨ ਦੇ ਵਿੱਚ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਪੈਂਡਿੰਗ ਪਈਆਂ ਨੇ ਉਹਨਾਂ ਮੰਗਾਂ ਨੂੰ ਹੱਲ ਕਰਨ ਲਈ, ਕਿਸਾਨਾਂ ਨੂੰ ਰਾਹਤ ਦੇਣ ਲਈ ਬੜੇ ਵੱਡੇ ਵਾਅਦੇ ਪੰਜਾਬ ਸਰਕਾਰ ਨੇ ਕੀਤੇ ਹੋਏ ਸੀ ਤੇ ਉਹ ਤਾਂ ਹੀ ਹੱਲ ਹੋਣਗੇ ਜੇ ਬਜਟ ਸੈਸ਼ਨ ਦੇ ਵਿੱਚ ਜਿਹੜੇ ਫੰਡ ਨੇ ਉਹਨਾਂ ਲਈ ਉਹ ਰਾਖਵੇ ਵਧਾਏ ਜਾਣ ਤਾਂ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਤੇ ਮਸਲੇ ਹੈ ਉਹ ਹੱਲ ਕੀਤੇ ਜਾਣ। ਨਹੀਂ ਕੱਲੀਆਂ ਜਿਹੜੀਆਂ ਆਪਾਂ ਗੱਲਾਂ ਬਾਤਾਂ ਨੇ ਉਹਨਾਂ ਨਾਲ ਪੰਜਾਬ ਸਰਕਾਰ ਦੇ ਜਿਹੜੇ ਲਏ ਗਏ ਫੈਸਲੇ ਨੇ ਉਹਨਾਂ ਨੂੰ ਆਪਾਂ ਪੂਰਾ ਨਹੀਂ ਕਰ ਪਾਵਾਂਗੇ। ਇਸ ਕਰਕੇ ਮੰਗ ਕਰਦੇ ਹਾਂ ਅਸੀਂ ਦੋਨੇ ਮੋਰਚਿਆਂ ਦੇ ਵੱਲੋਂ ਪੰਜਾਬ ਸਰਕਾਰ ਕਿਸਾਨਾਂ ਨਾਲ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਮਿਲ ਬੈਠ ਕੇ ਹੱਲ ਕਰਨ ਲਈ ਇਹ ਬਜਟ ਦੇ ਵਿੱਚ ਪੈਸੇ ਨੂੰ ਵਧਾਵੇ ਤਾਂ ਕਿ ਕਿਸਾਨਾਂ ਦੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ, ਮਸਲੇ ਨੇ ਪੰਜਾਬ ਨਾਲ ਜੁੜੇ, ਇਹ ਹੱਲ ਹੋ ਸਕਣ। ਅਗਲੀ ਗੱਲ, ਜਿਹੜਾ MSP ਖਰੀਦ ਦੀ ਗਰੰਟੀ ਦਾ ਕਾਨੂੰਨ, ਜਿੱਥੇ ਕਿਸਾਨ ਸਾਲ ਭਰ ਤੋਂ ਵੱਧ ਦਾ ਸਮਾਂ ਹੋ ਗਿਆ ਬਾਰਡਰਾਂ ਤੇ ਬੈਠੇ ਮੰਗ ਕਰ ਰਹੇ ਨੇ, ਇਹ ਪੰਜਾਬ ਸਰਕਾਰ ਬਜਟ ਸੈਸ਼ਨ ਦੌਰਾਨ ਸਾਰੀਆਂ ਪਾਰਟੀਆਂ ਨੂੰ ਸਹਿਮਤ ਕਰਕੇ ਮਤਾ ਪਾਵੇ ਕਿ ਕੇਂਦਰ ਸਰਕਾਰ ਇਹ ਜਿਹੜੀਆਂ ਮੰਗਾਂ ਨੇ, 12 ਮੰਗਾਂ ਜਿਹੜੀਆਂ ਮੰਗ ਪੱਤਰ ਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ, ਇਹਨਾਂ ਨੂੰ ਕੇਂਦਰ ਸਰਕਾਰ ਪੂਰਾ ਕਰੇ। ਸੋ ਅਗਲੀ ਗੱਲਬਾਤ ਮੇਰੇ ਖਿਆਲ ਹੋ ਗਿਆ। ਮੈਂ ਸਮਰੀ ਥੋੜੀ ਦੇ ਦਾਂ ਵੀ 21 ਨੂੰ ਅਸੀਂ ਜਿੰਨੇ ਵੀ 4 MLA ਸੇ, ਇੱਕ ਤਾਂ ਸ਼ੰਭੂ ਬਾਰਡਰ ਦੇ ਦੋਵੇਂ ਪਾਸੇ ਚਾਹੇ ਅੰਬਾਲਾ ਵੱਧ ਚਾਹੇ ਸਾਡਾ ਘਨੌਰ ਆ, ਦੂਜਾ ਖਨੌਰੀ ਬਾਰਡਰ ਦੇ ਦੋਵੇਂ ਪਾਸੇ ਪੰਜਾਬ ਤੇ ਹਰਿਆਣੇ, ਅਸੀਂ MLA ਨੂੰ ਮਿਲਣਾ ਚਾਹੁੰਦੇ। ਤੁਹਾਡੇ ਮਾਧਿਅਮ ਨਾਲ ਅਪੀਲ ਆ, ਸਾਡੀ ਗੱਲ ਸੁਣ ਕੇ ਲੋਕ ਸੜਕਾਂ ਬਣਾਓ। ਦੂਸਰਾ, ਜੇ ਨਹੀਂ ਇਹ ਪੈਂਦੀ ਤੇ ਉਹਨਾਂ ਗਾੜੀ ਧਰਨਾ ਲੱਗੂਗਾ। ਫਿਰ 21 ਨੂੰ 23 ਤਰੀਕ ਨੂੰ ਸ਼ਹੀਦ ਆਜਮ ਸਮੇਤ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ। ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੱਦਾ ਦੇ ਰਹੇ ਹਾਂ, ਸਾਰੇ ਕਿਸਾਨਾਂ ਮਜ਼ਦੂਰਾਂ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚ ਕੇ ਦਬਾਅ ਕੇਂਦਰ ਤੇ ਪਾਇਆ ਜਾ ਸਕੇ। ਇਹਦੋਂ ਗਾਹਾਂ ਜਾ ਕੇ 30 ਦਾ ਸੱਦਾ ਵਾ ਸਾਡਾ ਵੀ 30 ਮਾਰਚ ਨੂੰ ਜਿਹੜੇ ਖਾਸ ਕਰਕੇ ਜਿਹੜੇ ਯੰਗਸਟਰ ਸਾਡੇ ਟੀਨੇਜ ਦੇ ਨੇ, 8ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀ
ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਣ, ਫਸਲਾਂ ਬਚਾਉਣ ਵਾਲੀ ਲੜਾਈ ਨੂੰ ਅੱਗੇ ਤੋਰਿਆ ਜਾ ਸਕੇ। ਜਿਹੜੇ ਅੱਜ ਦੇ ਸਾਡੇ ਪ੍ਰੋਗਰਾਮ ਸੀ, ਬਜਟ ਦੇ ਵਿੱਚ ਇਹੀ ਸਾਡੀ ਮੰਗ ਆ ਵੀ ਜਿੰਨੇ ਵੀ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਆ, ਸ਼ਹੀਦਾਂ ਨੂੰ ਜਿਹੜੇ ਸ਼ਹੀਦ ਹੋਦੇ ਮੋਰਚੇ 'ਚ, ਪਹਿਲੇ ਮੋਰਚੇ ਜਿਹੜੇ ਸ਼ਹੀਦ ਹੋਏ ਸੀ, ਚਾਹੇ ਹੁਣ ਮੋਰਚੇ ਸ਼ਹੀਦ ਹੋ ਰਹੇ, ਉਹਨਾਂ ਬਾਰੇ ਰਾਖਵਾਂ ਬਜਟ ਹੋਵੇ ਤੇ ਪਾਲਿਸੀ ਕਲੀਅਰ ਹੋ ਜੇ ਕਿ ਸਾਨੂੰ ਬਾਰ-ਬਾਰ ਧੱਕੇ ਨਾ ਖਾਣੇ ਪੈਣ। ਇਹ ਤੋਂ ਕਹਿੰਦੀ ਤੇਲੰਗਾਨਾ ਸਰਕਾਰ ਨੇ ਅਨਾਉਂਸਮੈਂਟ ਕੀਤੀ ਸੀਗੀ ਪੰਜਾਬ ਦੇ ਕਿਸਾਨ ਸ਼ਹੀਦ ਪਰਿਵਾਰ ਨੂੰ ਪੈਸੇ ਦੇਣ ਵਾਲੇ, ਉਹ ਪੈਸੇ ਬਹੁਤ ਸਾਰੇ ਰਹਿ ਰਹੇ ਆ। ਔਰ ਇਹ ਤੋਂ ਕਹਾਂ ਜਿਹੜੇ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਗਏ ਪਰਿਵਾਰ ਆ, ਉਹਨਾਂ ਬਾਰੇ ਵੀ ਪੰਜਾਬ ਸਰਕਾਰ ਸੋਚੇ, ਜੋ ਅਸੀਂ ਪੰਜਾਬ ਸਰਕਾਰ ਦੇ ਬਜਟ ਬਾਰੇ ਕਹਿਣਾ ਚਾਹੁੰਦੇ ਸੀ।